BTV इंडिया ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਦੋ ਤਿੰਨ ਅਹਿਮ ਖਬਰਾਂ ਨੇ। ਜਿਹੜੀ ਸਭ ਤੋਂ ਵੱਡੀ ਖਬਰ ਹੈ ਅੱਜ ਦੀ ਉਹ ਇਹ ਆ ਕਿ ਮੋਹਾਲੀ ਅਦਾਲਤ ਨੇ ਡਰੱਗ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਿਟ ਨੇ हिरासत मंगी सी, यानी कि पुलिस हिरासत मंगी गई सी मजीठिया की। कहा गया सी कि असीं होर भी हाले पुछगिछ करनी है, पर अदालत ने सिट नूं सिर्फ 2 घंटे वो भी अदालत के परिसर विच पुछगिछ लई इजाजत दी है और पुछगिछ तो बाद दोबारा अदालत में पेश किया गया और 8 दिन की 8 मार्च तक की उन्होंने न्यायिक हिरासत च भेजा गया। ਇਹਦੇ ਵਿੱਚ ਅੱਗੇ ਕੀ ਡਿਵੈਲਪਮੈਂਟ ਹੈ ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਉਧਰ 95 ਸਾਲ ਦੀ ਉਮਰ 'ਚ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਕਦਾਵਰ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅੱਜ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਜੱਜਾਂ ਦੇ ਸਾਹਮਣੇ ਪੇਸ਼ ਹੋਣਾ ਪਿਆ। ਮਾਮਲਾ ਕੀ ਹੈ ਇਹਦੇ ਤੇ ਵੀ ਗੱਲ ਕਰਾਂਗੇ ਔਰ ਗੱਲ ਕਰਾਂਗੇ ਦੀਪ ਸਿੱਧੂ ਦੀ ਅੰਤਮ ਅਰਦਾਸ ਦੇ ਉੱਤੇ ਨੌਜਵਾਨਾਂ ਦਾ ਜਿਹੜਾ ਭਾਰੀ ਇਕੱਠ ਹੋਇਆ ਹੈ ਉਹ ਕੀ ਰਵਾਇਤੀ ਲੀਡਰਸ਼ਿਪ ਨੂੰ ਸੰਦੇਸ਼ ਦਿੰਦਾ ਹੈ। ਬਹੁਤ ਅਹਿਮ ਹੈ ਵੀ ਇਹਦੇ ਤੇ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਹੜੀ ਮੁੱਖ ਗੱਲ ਹੈ ਉਹ ਵਿਕਰਮ ਸਿੰਘ ਮਜੀਠੀਆ ਦਾ ਨਿਆਇਕ ਹਿਰਾਸਤ ਵਿੱਚ ਜਾਣਾ। ਮਨਪ੍ਰੀਤ ਜੀ, ਵਿਕਰਮ ਸਿੰਘ ਮਜੀਠੀਆ ਦਾ ਨਿਆਇਕ ਹਿਰਾਸਤ ਵਿੱਚ ਜਾਣਾ ਔਰ ਇੱਕ ਜਿਹੜਾ ਇਸ ਤੋਂ ਪਹਿਲਾਂ ਵੀਡੀਓ ਵੀ ਘੁੰਮ ਰਿਹਾ ਹੈ, थोड़ी जी सानू जानकारी दो। पहली तो एक अदालत के अज होया की है और उस तो बाद ये सारे जिहड़े प्रकरण है इस तो बाद अकाली दल का की बनेगा, थोड़ी जी इहदे ते सानू जानकारी दो। देखो मदनदीप जी, जिहड़ी तुसी अज अदालत की गल करदे हो, ड्यूटी मैजिस्ट्रेट ने विक्रम सिंह मजीठिया नूं जिहड़ा उन्हां ते NDPS एक्ट का मामला वो केस चल रहा ਉਸ ਦੀ ਮਿਆਦ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 23 ਫਰਵਰੀ ਤੱਕ ਸੀ। 23 ਫਰਵਰੀ ਦੀ ਰਾਤ ਨੂੰ 12 ਵਜੇ ਤੱਕ ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਈ ਹੋਈ ਸੀ, ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਇਹ ਪਲੀ ਲਿੱਤੀ ਸੀ ਕਿ ਉਹਨਾਂ ਤੇ ਇਹ ਕੇਸ ਇੱਕ ਪੋਲੀਟੀਕਲ ਵੈਂਡੇਟਾ ਬਦਲਾਖੋਰੀ ਦੀ ਨੀਤੀ ਆ ਤੇ ਉਹਨਾਂ ਨੂੰ ਸ਼ਾਇਦ ਚੋਣਾਂ ਵਿੱਚ ਨਾ ਲੜਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ। 23 ਤੱਕ ਇਸੇ ਕਰਕੇ ਮੈਂ ਦੱਸਿਆ ਕਿ ਉਹਨਾਂ ਨੂੰ ਰਾਹਤ ਸੀ। ਕੱਲ ਰਾਤ ਦੇ 12 ਵਜੇ ਯਾਨੀ ਕਿ ਰਾਤ ਦੇ 12 ਵਜੇ ਤੋਂ ਬਾਅਦ ਉਹ ਕਦੇ ਵੀ ਸਰੈਂਡਰ ਕਰ ਸਕਦੇ ਸੀ ਤੇ ਅੱਜ ਉਹ ਅਦਾਲਤ ਦੇ ਵਿੱਚ ਮੋਹਾਲੀ ਦੀ ਅਦਾਲਤ ਦੇ ਵਿੱਚ 11 ਵਜੇ ਕੇ ਸਵੇਰੇ 10 ਮਿੰਟ ਤੇ ਪਹੁੰਚਦੇ ਨੇ। ਉਸ ਤੋਂ ਬਾਅਦ ਸਰੈਂਡਰ ਕਰਦੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਡਿਊਟੀ ਮੈਜਿਸਟ੍ਰੇਟ ਆ ਉਹ ਸੁਣਵਾਈ ਕਰਦੇ ਨੇ ਤੇ 2 ਘੰਟੇ ਦੀ SIT ਨੂੰ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹਨੂੰ AIG ਬਲਰਾਜ ਸਿੰਘ ਹੈਂਡਲ ਕਰ ਰਹੇ ਨੇ, ਉਹਨੂੰ ਹੈਡ ਕਰ ਰਹੇ ਨੇ, ਉਸ ਟੀਮ ਨੇ ਵਿਕਰਮ ਸਿੰਘ ਮਜੀਠੀਆ ਤੋਂ 2 ਘੰਟੇ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਫਿਰ ਸੁਣਵਾਈ ਹੁੰਦੀ ਆ ਤੇ ਫਾਈਨਲੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ 8 ਮਾਰਚ ਤੱਕ ਭੇਜ ਦਿੱਤਾ ਜਾਂਦਾ। ਦੇਖੋ, ਜਿੱਥੇ ਇਹ ਰਿਪੋਰਟਸ ਆ ਕਿ ਉਹਨਾਂ ਨੇ ਪੁਲਿਸ ਰਿਮਾਂਡ ਮੰਗਿਆ, SIT ਰਿਪੋਰਟਸ, ਉੱਥੇ ਇਹੋ ਜਿਹੀਆਂ ਰਿਪੋਰਟਸ ਵੀ ਆ ਰਹੀਆਂ ਨੇ ਕਿ SIT ਨੇ ਪੁਲਿਸ ਰਿਮਾਂਡ ਮੰਗਿਆ ਹੀ ਨਹੀਂ। ਇਹ ਵੀ ਗੱਲ ਆ, ਲੇਕਿਨ ਫਾਈਨਲ, ਹਾਂਜੀ, ਫਾਈਨਲ ਜਿਹੜੀਆਂ ਰਿਪੋਰਟਸ ਆ ਉਹ ਜਦੋਂ ਆਏਗਾ, ਆਰਡਰ ਆਏਗਾ, ਕਿਉਂਕਿ ਹਜੇ ਤੱਕ ਆਰਡਰ ਸਾਡੇ ਕੋਲ ਨਹੀਂ ਆਇਆ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕਾਰਵਾਈ ਦੇ ਵਿੱਚ ਉਹਨਾਂ ਨੇ ਆਪਣੀ ਕੀ ਪਲੀ ਦਿੱਤੀ। ਦੂਸਰੀ ਗੱਲ ਇਹ ਆ, ਤੁਸੀਂ ਦੇਖੋ ਕਿ ਥੋੜਾ ਜਿਹਾ ਮੈਂ ਦੱਸਦਾ ਕਿ ਜਿਨ੍ਹਾਂ ਨੂੰ ਨਿਆਇਕ ਹਿਰਾਸਤ ਦਾ ਜਾਂ ਜੁਡੀਸ਼ੀਅਲ ਕਸਟਡੀ ਬਾਰੇ ਪਤਾ ਨਹੀਂ ਹੋਏਗਾ ਸਾਡੇ ਦਰਸ਼ਕਾਂ ਨੂੰ, ਉਹ ਮੈਂ ਥੋੜਾ ਦੱਸਦਾ ਕਿ ਇਸ ਦੌਰਾਨ ਮਜੀਠੀਆ ਜੇਲ੍ਹ ਵਿੱਚ ਰਹਿਣਗੇ ਔਰ ਕੱਲ ਉਹਨਾਂ ਦੀ ਬੇਲ ਐਪਲੀਕੇਸ਼ਨ ਤੇ ਫਿਰ ਸੁਣਵਾਈ ਆ ਤੇ ਫਿਰ ਫੈਸਲਾ ਹੋਊਗਾ ਕਿ ਉਹਨਾਂ ਨੂੰ ਰੈਗੂਲਰ ਬੇਲ ਮਿਲੇਗੀ ਜਾਂ ਨਹੀਂ ਮਿਲੇਗੀ, ਜਾਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹਿਣਾ ਪਏਗਾ। ਮੈਂ ਥੋੜਾ ਜਿਹਾ ਕੁਝ ਜਿਹੜੇ ਲੀਗਲ ਐਕਸਪਰਟਸ ਸੀ, ਕੁਝ ਵਕੀਲਾਂ ਨਾਲ ਵੀ ਮੇਰੀ ਗੱਲ ਹੋਈ, ਉਹ ਕਹਿੰਦੇ ਕਿ ਜੇ ਇਹਨਾਂ ਦੀ ਬੇਲ ਰਿਜੈਕਟ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਸੈਸ਼ਨ ਕੋਰਟਸ ਦੇ ਵਿੱਚ ਉੱਥੇ ਬੇਲ ਐਪਲੀਕੇਸ਼ਨ ਜਿਹੜੇ ਵਿਕਰਮ ਸਿੰਘ ਮਜੀਠੀਆ ਲਗਾ ਸਕਦੇ ਨੇ, ਤੇ ਜੇ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਜੇ ਇਹਨਾਂ ਦੀ ਬੇਲ ਹੋਣੀ ਹੋਈ ਤਾਂ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਹੀ ਰੈਗੂਲਰ ਬੇਲ ਮਿਲ ਸਕਦੀ ਆ। ਪਰ ਉਸ ਪ੍ਰਕਿਰਿਆ ਦੇ ਵਿੱਚ ਕਾਫੀ ਲੰਮਾ ਸਮਾਂ, ਕਿਉਂਕਿ ਉਸ ਪ੍ਰਕਿਰਿਆ ਨੂੰ ਟਾਈਮ ਲੱਗ ਸਕਦਾ। ਉਸ ਦੌਰਾਨ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਜੁਡੀਸ਼ੀਅਲ ਕਸਟਡੀ ਯਾਨੀ ਕਿ ਜੇਲ੍ਹ 'ਚ ਰਹਿਣਗੇ
ਇੱਕ ਚੀਜ਼ ਮੈਂ ਇੱਥੇ ਇਹ ਵੀ ਦੱਸਦਾ ਕਿ NDPS ਐਕਟ ਜਿਹੜਾ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਦਾ ਜਿਹੜਾ ਐਕਟ ਆ, ਜਿਸ ਵਿੱਚ ਉਹਨਾਂ ਤੇ 25, 27 ਤੇ ਧਾਰਾ 29 ਦੇ ਅਧੀਨ ਜਿਹੜੀਆਂ ਧਾਰਾਵਾਂ ਲੱਗੀਆਂ ਨੇ, ਇਸ ਵਿੱਚ ਕਈ ਵਾਰੀ ਤੁਹਾਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇ ਤੁਸੀਂ 6 ਮਹੀਨੇ ਵੀ ਚਲਾਨ ਪੇਸ਼ ਨਾ ਕਰੋ ਤਾਂ ਤੁਹਾਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਰੱਖਿਆ ਜਾਂਦਾ। ਅੱਛਾ ਇਸ ਦੌਰਾਨ ਇੱਕ ਚੀਜ਼ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਦੱਸਦਾ ਕਿ ਜੇ SIT ਕੋਈ ਨਵਾਂ ਸਬੂਤ ਪੇਸ਼ ਕਰਦੀ ਹੈ ਤਾਂ ਉਹ ਬਿਕਰਮ ਸਿੰਘ ਮਜੀਠੀਆ ਤੋਂ ਕਿਸੇ ਤਰ੍ਹਾਂ ਦੀ ਪੁੱਛਗਿੱਛ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਮੈਜਿਸਟ੍ਰੇਟ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਏਗੀ। ਜਿਵੇਂ ਕਿ ਆਮ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ ਹੁੰਦਾ, ਉਹ ਫਿਜ਼ੀਕਲ ਪੋਜੈਸ਼ਨ ਦੇ ਵਿੱਚ ਜਿਹੜਾ ਮੁਲਜ਼ਮ ਹੁੰਦਾ, ਉਹ ਮੁਲਜ਼ਮ ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਤੇ ਉਦੋਂ ਕਦੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਪੁਲਿਸ ਲੌਕਅਪ ਦੇ ਵਿੱਚ ਹੁੰਦਾ। ਸੋ ਇਹ ਥੋੜਾ ਜਿਹਾ ਫਰਕ ਆ। ਇਹ ਆਪਾਂ ਨੂੰ ਪਤਾ ਹੀ ਹੈ ਕਿ 20 ਦਸੰਬਰ ਨੂੰ ਉਹਨਾਂ ਤੇ FIR ਦਰਜ ਹੋਈ ਸੀ। ਉਸ ਤੋਂ ਬਾਅਦ ਹੇਠਲੀ ਕੋਰਟ ਨੇ ਯਾਨੀ ਕਿ ਐਡੀਸ਼ਨਲ ਸੈਸ਼ਨ ਕੋਰਟ ਨੇ ਵੀ ਉਹਨਾਂ ਦੀ ਬੇਲ ਰਿਜੈਕਟ ਕਰਤੀ ਸੀ। ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਬੇਲ ਰਿਜੈਕਟ ਕੀਤੀ ਹੈ। ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਬੇਲ ਨਹੀਂ ਦਿੱਤੀ ਲੇਕਿਨ ਮੋਹਲਤ ਦਿੱਤੀ ਸੀ। ਸੋ ਹੁਣ ਦੇਖਦੇ ਆ, ਅੱਜ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਸੀ ਉਹਨਾਂ ਨੇ ਅੱਗੇ ਆ ਕੇ ਕਿਹਾ ਕਿ ਸਾਨੂੰ ਕਾਨੂੰਨ ਦੀ ਪ੍ਰਕਿਰਿਆ ਤੇ, ਸਾਨੂੰ ਜੁਡੀਸ਼ੀਅਲ ਸਿਸਟਮ ਦੇ ਵਿੱਚ ਪੂਰਾ ਭਰੋਸਾ, ਸਾਨੂੰ ਇਸ ਦੇਸ਼ ਦੇ ਜਿਹੜਾ ਕਾਨੂੰਨ ਆ ਉਸ 'ਚ ਭਰੋਸਾ ਹੋਣ ਕਰਕੇ ਉਹ ਕਹਿੰਦੇ ਕਿ ਸਾਨੂੰ ਨਿਆਂ ਮਿਲੂਗਾ। ਇਹ ਠੀਕ ਆ। ਔਰ ਬਹੁਤ ਸਾਰੇ ਇਹ ਵੀ ਕਹਿ ਰਹੇ ਆ ਕਿ ਉਹਨਾਂ ਤੇ ਝੂਠਾ ਕੇਸ ਹੋਇਆ ਜਾਂ ਬਦਲੇਖੋਰੀ ਦੀ ਨੀਤੀ ਹੋਈ ਹੈ। ਦੇਖੋ, ਅਦਾਲਤਾਂ ਨੇ ਇੱਕ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਆ ਕਿ ਇਹ ਜਿਹੜਾ ਕੇਸ ਹੋਇਆ ਜਾਂ FIR ਹੋਈ ਆ, ਇਹ ਕੋਈ ਝੂਠੀ ਜਾਂ ਗੈਰ ਕਾਨੂੰਨੀ ਨਹੀਂ ਹੈ। ਕਿਉਂਕਿ ਜੇ ਗੈਰ ਕਾਨੂੰਨੀ ਜਾਂ ਝੂਠੀ ਹੁੰਦੀ ਤਾਂ ਹੁਣ ਤੱਕ ਅਦਾਲਤਾਂ ਇਸ ਨੂੰ ਖਾਰਿਜ ਕਰ ਚੁੱਕੀਆਂ ਹੁੰਦੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਜਦੋਂ ਸੁਣਵਾਈ ਚੱਲਦੀ ਸੀ, ਬਲਕਿ ਉਹਨਾਂ ਨੇ ਕਈ ਵਾਰੀ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਾਲਾ ਜਿਹੜਾ ਕੇਸ ਆ, ਉਹ ਇਸ ਦੀ ਜਿਹੜੀ ਛਾਣਬੀਨ ਆ, ਇਸ ਦੀ ਜਾਂਚ ਆ, ਇਹ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ। ਬਲਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਤਾੜਿਆ, ਉਹਨਾਂ ਨੂੰ ਝਾੜ ਪਾਈ ਕਿ ਤੁਸੀਂ ਇਸ ਦੀ ਜਾਂਚ ਕਰਨ ਦੇ ਵਿੱਚ ਬਹੁਤ ਦੇਰ ਲਗਾਤੀ, ਤੁਸੀਂ ਸੁੱਤੇ ਪਏ ਰਹੇ। ਔਰ ਪੰਜਾਬ ਸਰਕਾਰ ਦੇ ਜਿਹੜੇ AG ਸੀ DS ਪਟਵਾਲੀਆ, ਉਹ ਜਦੋਂ ਪੇਸ਼ ਹੋਏ ਉਹਨਾਂ ਨੇ ਮੰਗਿਆ ਕਿ ਅਸੀਂ ਵਾਕਿਆ ਸਾਡੇ ਤੋਂ ਗਲਤੀ ਹੋਈ ਹੈ, ਕੁਤਾਹੀ ਹੋਈ ਆ, ਸਾਨੂੰ ਬਹੁਤ ਦੇਰ ਲੱਗ ਗਈ ਆ, ਪਰ ਹੁਣ ਇਸ ਦੀ ਜਾਂਚ ਹੈ ਜਿਹੜੀ ਉਹ ਅਸੀਂ ਪੂਰੀ ਸ਼ਿੱਦਤ ਦੇ ਨਾਲ ਕਰਾਂਗੇ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ 'ਚ ਇੱਕ ਗੱਲ ਤਾਂ ਹੈਗੀ ਆ, ਇਹ ਠੀਕ ਹੈ, FIR ਦੇ ਵਿੱਚ ਜੋ ਵੀ ਹੈ ਅਦਾਲਤ ਨੇ ਫੈਸਲਾ ਕਰਨਾ ਹੈ, ਲੇਕਿਨ ਇੱਕ ਗੱਲ ਤਾਂ ਹੈ ਜਿਹੜੀ ਟਾਈਮਿੰਗ ਹੈ, ਜਿਹੜਾ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਅਰੈਸਟ ਹੋਇਆ, ਜਾਂ ਉਹਨਾਂ ਤੇ FIR ਜਿਹੜੀ ਦਰਜ ਕੀਤੀ ਗਈ ਹੈ ਐਨ ਚੋਣਾਂ ਦੇ ਉਸ ਪੀਕ ਦੇ ਉੱਤੇ ਕੀਤੀ ਗਈ ਜਦੋਂ ਲੋਕਾਂ ਦੇ ਵਿੱਚ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਕਹਿ ਲਓ ਕਿ ਇੱਕ ਕਿਉਰਿਓਸਿਟੀ ਬਣੀ ਹੋਈ ਸੀ। ਔਰ ਪਹਿਲਾਂ ਤਾਂ ਲੋਕਾਂ ਦੇ ਵਿੱਚ ਕਾਫੀ ਇਹਨੂੰ ਪ੍ਰਚਾਰਿਆ ਗਿਆ ਸਾਰਾ ਕਾਸੇ ਨੂੰ, ਔਰ ਉਸ ਤੋਂ ਬਾਅਦ FIR ਦਰਜ ਕੀਤੀ ਗਈ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਸਿਆਸੀ ਲਾਹਾ ਲੈਣ ਦਾ ਵੀ ਯਤਨ ਕੀਤਾ ਗਿਆ। ਕੇਸ ਕੀ ਹੈ, ਇਹ ਇੱਕ ਵੱਖਰਾ ਮਾਮਲਾ ਹੈਗਾ। ਨਾਲ ਇੱਕ ਇਹ ਵੀ ਮਨਪ੍ਰੀਤ ਜੀ ਬੜੀ ਦਿਲਚਸਪ ਗੱਲ ਆ, ਕੁਝ ਅਕਾਲੀ ਲੀਡਰਾਂ ਦੇ ਮੈਂ ਬਿਆਨ ਸੁਣ ਰਿਹਾ ਸੀ, ਖਾਸ ਕਰਕੇ ਵਿਰਸਾ ਸਿੰਘ ਵਲਟੋਹਾ ਜਿਹੜੇ ਸਾਬਕਾ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ, ਔਰ ਮੌਜੂਦਾ ਸਮੇਂ ਵੀ ਉਹਨਾਂ ਨੇ ਚੋਣ ਲੜੀ ਹੈ। ਉਹ ਕਹਿ ਰਹੇ ਸੀ ਕਿ ਜਿਨ੍ਹਾਂ ਨੇ ਇਹ ਕਾਰਾ ਕੀਤਾ ਆ, ਕੋਈ ਨਹੀਂ, ਉਹਨਾਂ ਨੂੰ ਵੀ ਦੇਖਾਂਗੇ। ਇੱਕ ਤਰ੍ਹਾਂ ਦਾ ਜਿਵੇਂ ਚੈਲੰਜ, ਚੁਣੌਤੀ ਜਾਂ ਜਿਵੇਂ ਥ੍ਰੈਟ ਹੈ ਉਹ ਦੇ ਰਹੇ ਸੀ। ਉਹ ਹਾਲੇ ਵੀ ਇਹ ਕਹਿ ਰਹੇ ਆ ਕਿ ਇਹ ਝੂਠਾ ਕੇਸ ਆ ਔਰ ਜਾਣਬੁੱਝ ਕੇ ਫਸਾਇਆ ਗਿਆ ਆ। ਲੇਕਿਨ ਨਾਲ ਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਜਿਹੜੇ ਉੱਭਰ ਰਹੇ ਲੀਡਰ ਨੂੰ, ਜਿਹੜੇ ਇੱਕ ਵੱਡੇ ਲੀਡਰ ਅੱਜ ਕੱਲ੍ਹ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਵਿੱਚ, ਬਿਕਰਮ ਮਜੀਠੀਆ, ਉਹ ਸਿਰਫ ਕਾਂਗਰਸ ਤੋਂ ਨਾਰਾਜ਼ ਨਹੀਂ ਹੈਗੇ, ਉਹ ਆਪ ਦੀ ਲੀਡਰਸ਼ਿਪ ਤੋਂ ਵੀ ਨਾਰਾਜ਼ ਨੇ। ਜਿਸ ਤਰ੍ਹਾਂ ਦੀਆਂ ਵੀਡੀਓ ਦੀਆਂ ਤੁਸੀਂ ਗੱਲਾਂ ਸੁਣੀਆਂ, ਤੁਸੀਂ ਵੀ ਕਾਫੀ ਇਹਦੇ ਤੇ ਚਰਚਾ ਵੀ ਕਰ ਚੁੱਕੇ ਹੋ। ਇਹ ਸਾਰਾ ਕੀ ਮਾਮਲਾ ਹੈ ਕਿ ਅਕਾਲੀ ਦਲ ਦੇ ਉੱਤੇ ਕਿਸੇ ਕਿਸਮ ਦਾ ਸੰਕਟ ਛਾਇਆ ਹੋਇਆ ਹੈ, ਖਾਸ ਕਰਕੇ ਬਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ? ਦੇਖੋ ਮਦਨਦੀਪ ਜੀ, ਪਿਛਲੇ ਦਿਨਾਂ ਦੇ ਵਿੱਚ ਹਾਲਾਂਕਿ ਕੁਝ ਵੀਡੀਓਜ਼ ਜਿਹੜੀਆਂ ਹੁਣ ਸਰਕੂਲੇਟ ਹੋਣੀਆਂ ਸ਼ੁਰੂ ਹੋਈਆਂ, ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਵੀਡੀਓਜ਼ ਕਿਉਂ ਇੰਨੀਆਂ ਬਚਾ ਕੇ ਰੱਖੀਆਂ ਗਈਆਂ ਜਾਂ ਲੋਕਾਂ ਨੂੰ ਭਿਣਕ ਤੱਕ ਇਹਦੇ ਉੱਤੇ ਪੈਣ ਕਿਉਂ ਨਹੀਂ ਦਿੱਤੀ ਗਈ, ਕਿ ਜਾਣਬੁੱਝ ਕੇ ਇਹ ਵੀਡੀਓਜ਼ ਬਾਹਰ ਨਹੀਂ ਆਈਆਂ? ਉਸ ਵੀਡੀਓ ਦੇ ਵਿੱਚ ਦੇਖੋ ਬਿਕਰਮ ਸਿੰਘ ਮਜੀਠੀਆ ਉਹ ਕੁਝ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਤੇ ਉਸ ਦੇ ਵਿੱਚ ਗੱਲਾਂ ਦੇ ਵਿੱਚ ਉਹ ਕਹਿੰਦੇ ਨੇ, ਉਹ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਐਡਰੈਸ ਕਰਕੇ ਕਹਿ ਰਹੇ ਨੇ ਕਿ ਦੇਖੋ ਇਹ ਤਾਂ ਮੇਰੇ ਭਾਈਆ ਨੇ, ਭਾਈਆ ਜੀ ਮੈਂ ਕਹਿੰਦੇ ਕੋਈ ਗੱਲ ਕਹਿਣੀ ਹੈ, ਤੁਸੀਂ ਗੁੱਸਾ ਨਾ ਮੰਨ ਜਾਓ। ਕਹਿੰਦੇ ਗੁੱਸਾ ਤੁਹਾਨੂੰ ਮੰਨਣਾ ਨਹੀਂ ਚਾਹੀਦਾ ਕਿਉਂਕਿ ਤੁਹਾਡਾ ਮੇਰੇ ਨਾਲ ਰਿਸ਼ਤਾ ਬੜਾ ਨਿੱਘਾ, ਸਾਡਾ ਬੜਾ ਖਾਸ ਰਿਸ਼ਤਾ। ਪਰ ਜਿਹੜੀ ਗੱਲ ਕਹਿੰਦੇ ਆ ਉਹ ਵਾਕਿਆ ਬੜੀ ਜਿਹੜੀ ਆ ਉਹ ਸਾਨੂੰ ਸੋਚਣ ਤੇ ਮਜਬੂਰ ਕਰਦੀ ਆ। ਤੁਹਾਨੂੰ ਯਾਦ ਹੋਣਾ ਮਦਨਦੀਪ ਜੀ ਕਿ ਜਦੋਂ
ਅੰਮ੍ਰਿਤਸਰ ਈਸਟ ਦੀ ਗੱਲ ਚੱਲ ਰਹੀ ਸੀ ਤੇ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਗੱਲ ਹੋਈ ਸੀ ਜੀ ਤੇ ਉਸ ਟਾਈਮ ਬਿਕਰਮ ਸਿੰਘ ਮਜੀਠੀਆ ਦਾ ਅਚਾਨਕ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਈਸਟ ਤੋਂ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜਨਗੇ। ਸਾਨੂੰ ਇਸ ਤਰ੍ਹਾਂ ਲੱਗਦਾ ਸੀ, ਦੱਸਿਆ ਇਹ ਜਾ ਰਿਹਾ ਸੀ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਨੇ ਖੁਦ ਇਹ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਆਪ ਜਾ ਕੇ ਲੜਨਾ ਚਾਹੁੰਦੇ ਨੇ। ਪਰ ਉਸ ਵੀਡੀਓ ਦੇ ਵਿੱਚ ਉਹ ਕਹਿ ਰਹੇ ਆ ਕਿ ਦੇਖੋ, ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੀ ਸੀਟ ਛੱਡੀ ਨਹੀਂ, ਨਾ ਹੀ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੇ ਛੱਡੀ ਹੈ, ਪਰ ਮੈਨੂੰ ਇੱਥੇ ਅੰਮ੍ਰਿਤਸਰ ਸੀਟ ਦੇ ਵਿੱਚੋਂ ਲੜਾ ਰਹੇ ਆ। ਕਿਉਂਕਿ ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ, ਕਿਉਂਕਿ ਜਿਹੜਾ ਮਜੀਠਾ ਹਲਕਾ ਉਹ ਕਹਿੰਦੇ ਉਹ 90% ਰੂਰਲ ਆ, ਯਾਨੀ ਕਿ ਪੇਂਡੂ ਆ, ਜਦ ਕਿ ਅੰਮ੍ਰਿਤਸਰ ਈਸਟ 99.9% ਕਹਿੰਦੇ ਆ ਪਰਸੈਂਟ ਸੀਟ ਉਹ ਸ਼ਹਿਰੀ ਆ। ਤੇ ਕਹਿੰਦੇ ਕਈ ਵਾਰੀ ਲੋਕੀ ਮੈਨੂੰ ਪੁੱਛਦੇ ਆ, ਕਹਿੰਦੇ ਤੁਸੀਂ ਜੇ ਦੋਨੇ ਸੀਟਾਂ ਜਿੱਤ ਗਏ ਤੇ ਕਿਹੜੀ ਰੱਖੋਗੇ? ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ, ਤੇ ਮੈਂ ਫਿਰ ਰੱਬ ਤੋਂ, ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਹਿੰਦੇ ਆ ਕਿ ਉਹੀ ਮੈਨੂੰ ਸੇਧ ਦੇਵੇ। ਇੱਕ ਗੱਲ ਹੋਰ ਬੜੀ ਇੰਟਰਸਟਿੰਗ ਕਰਦੇ ਆ ਉਹ ਕਹਿੰਦੇ ਆ ਦੇਖੋ, ਇੱਥੇ ਕਾਂਗਰਸੀ ਵੀ ਮੈਂ ਇਕੱਠੇ ਕਰ ਲਏ, ਭਾਜਪਾ ਵਾਲੇ ਵੀ ਇਕੱਠੇ ਕਰ ਲਏ, ਮੈਨੂੰ ਲੋਕਾਂ ਦਾ ਬਹੁਤ ਸਮਰਥਨ ਮਿਲਿਆ। ਇਹ ਸਾਰੇ ਜਿਹੜੇ ਇਸ਼ਾਰੇ ਆ ਕਿਤੇ ਨਾ ਕਿਤੇ ਇਹ ਗੱਲ ਦਰਸਾਉਂਦੇ ਆ ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਮਲਾਲ ਆ ਕਿ ਉਹਨਾਂ ਨੂੰ ਇਸ ਸੀਟ ਤੇ ਜਿਵੇਂ ਫਸਾ ਦਿੱਤਾ ਗਿਆ ਹੋਵੇ। ਤੁਸੀਂ ਦੇਖੋ ਮਦਨਦੀਪ ਜੀ, ਇੱਕ ਗੱਲ ਹੋਰ ਦੇਖੋ, ਬਾਈ ਦਾ ਵੇ ਬਿਕਰਮ ਸਿੰਘ ਮਜੀਠੀਆ ਇੱਥੋਂ ਨਹੀਂ ਜਿੱਤਦੇ ਜਾਂ ਉਹਨਾਂ ਦੀ ਧਰਮ ਪਤਨੀ ਮਜੀਠਾ ਤੋਂ ਜਿੱਤ ਜਾਂਦੀ ਆ, ਉਹ ਵਿਧਾਨ ਸਭਾ ਦੇ ਵਿੱਚ ਤਾਂ ਫੇਰ ਵੀ ਨਹੀਂ ਬੈਠ ਸਕਣਗੇ। ਜਿੰਨੀ ਦੇਰ ਤੱਕ ਉਹ ਸੀਟ ਜਿੱਤ ਕੇ ਨਹੀਂ ਆਉਂਦੇ, ਉਹ ਵਿਧਾਨ ਸਭਾ 'ਚ ਨਹੀਂ ਬੈਠ ਸਕਦੇ। ਸੋ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਪਰ ਨਾਲ ਦੀ ਨਾਲ ਦੇਖੋ, ਉਹ 'ਚ ਮੈਂ ਇਹ ਗੱਲ ਵੀ ਸਪਸ਼ਟ ਕਰਦਾ, ਉਹ ਇਹ ਵੀ ਕਹਿ ਰਹੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ ਤੇ ਮੈਂ ਉਹਨਾਂ ਦਾ ਹਰ ਹੁਕਮ ਮੰਨੂਗਾ, ਜੋ ਪਾਰਟੀ ਮੈਨੂੰ ਕਹੇਗੀ ਮੈਂ ਉਸ ਤਰ੍ਹਾਂ ਕਰਾਂਗਾ। ਸੋ ਜੋ ਉਹਨਾਂ ਨੇ ਕਿਹਾ ਮੈਂ ਉਹਨਾਂ ਦਾ ਹੁਕਮ ਵਜਾਊਂਗਾ, ਇਹ ਵੀ ਗੱਲ ਉਹਨਾਂ ਨੇ ਕਹੀ ਆ। ਪਰ ਇਹਦੇ 'ਚ ਜਿਹੜੀ ਇਹ ਗੱਲ ਕਹਿ ਰਹੇ ਆ, ਇਹਦਾ ਮਤਲਬ ਇਹ ਆ ਕਿ ਉਹ ਆਪਣੇ ਆਪ ਨੂੰ ਸ਼ਹਿਰੀ ਲੀਡਰ ਨਹੀਂ ਸਮਝਦੇ, ਉਹ ਪਿੰਡਾਂ ਦਾ ਲੀਡਰ ਸਮਝਦੇ ਆ ਤੇ ਇੱਥੋਂ ਉਹਨਾਂ ਨੂੰ ਇਉਂ ਖਤਰਾ ਪੈ ਰਿਹਾ ਜਿਵੇਂ ਉਹ ਹਾਰ ਸਕਦੇ ਆ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੁਣੀ ਵੀ ਬਹੁਤ ਗੁੱਸੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕਾਂਗਰਸ ਦੇ ਲੀਡਰਾਂ ਨੇ ਮਦਦ ਨਹੀਂ ਕੀਤੀ। ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਦਾ ਜਿਵੇਂ ਉਹਨਾਂ ਦੇ ਸਿਰ ਤੇ ਵੀ ਸੰਕਟ ਆ ਤੇ ਸੀਟ ਇਹ ਫਿਰ ਜਾਊਗੀ ਕਿੱਧਰ ਨੂੰ। ਜੇ ਮਜੀਠੀਆ ਹੋਣੇ ਵੀ ਨਾਰਾਜ਼ ਨੇ, ਮਜੀਠੀਆ ਉਹਨਾਂ ਨੂੰ ਵੀ ਇਹ ਪਸੰਦ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਇੱਥੋਂ ਲੜਨ ਲਈ ਮਜਬੂਰ ਕਰੇ, ਔਰ ਦੂਜੇ ਪਾਸੇ ਸਿੱਧੂ ਸਾਹਿਬ ਨੂੰ ਵੀ ਇਹ ਲੱਗ ਰਿਹਾ ਕਿ ਮੇਰੀ ਇੱਥੇ ਜਿਹੜੀ ਮਦਦ ਬਣਦੀ ਸੀ ਕਾਂਗਰਸ ਵੱਲੋਂ ਉਹ ਨਹੀਂ ਕੀਤੀ ਗਈ। ਇਹ ਘਚੋਲਾ ਜਿਹਾ ਸੀਟ ਤੇ ਲੱਗਦਾ ਹੈ ਇਸ ਤਰ੍ਹਾਂ ਦਾ। ਨੇ ਮਦਨਦੀਪ ਜੀ, ਹੋਰ ਵੀ ਕੈਂਡੀਡੇਟਸ ਉੱਥੋਂ ਲੜ ਰਹੇ ਨੇ। ਉੱਥੋਂ ਬੀਜੇਪੀ ਦੇ ਡਾਕਟਰ ਜਗਮੋਹਨ ਸਿੰਘ ਰਾਜੂ, ਜਿਨ੍ਹਾਂ ਨੂੰ ਤਮਿਲਨਾਡੂ ਤੋਂ ਹਟਾ ਕੇ ਲੈ ਕੇ ਆਂਦਾ ਔਰ ਭਾਜਪਾ ਨੇ ਉਹਨਾਂ ਨੂੰ ਸੀਟ ਦਿੱਤੀ। ਔਰ ਤੁਸੀਂ ਯਾਦ ਕਰੋ ਕਿ ਸੰਨ 2012 ਦੇ ਵਿੱਚ ਇਹ ਸੀਟ ਭਾਜਪਾ ਨੇ ਜਿੱਤੀ ਸੀ ਤੇ ਉਦੋਂ ਨਵਜੋਤ ਕੌਰ ਸਿੱਧੂ, ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪਤਨੀ ਨੇ, ਉਹਨਾਂ ਨੇ ਇਹ ਸੀਟ ਜਿੱਤੀ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜੀਵਨਜੋਤ ਕੌਰ ਨੇ, ਉਹ ਵੀ ਇਹ ਸੀਟ ਬੜੀ ਸ਼ਿੱਦਤ ਦੇ ਨਾਲ ਲੜ ਰਹੇ ਨੇ। ਹੋਰ ਵੀ ਕੈਂਡੀਡੇਟਸ ਉੱਥੋਂ ਖੜੇ ਨੇ ਤੇ ਜੇ ਇਹਨਾਂ ਜਿਹੜੇ ਦੋਨੇ ਹੈ, ਚਾਹੇ ਨਵਜੋਤ ਸਿੰਘ ਸਿੱਧੂ ਹੋਣ ਜਾਂ ਬਿਕਰਮ ਸਿੰਘ ਮਜੀਠੀਆ, ਜਿਵੇਂ ਆਪਾਂ ਕਹਿੰਦੇ ਕਿ ਸੀਟ ਜਾਏਗੀ ਤੇ ਫਿਰ ਹੋਰ ਵੀ ਬਹੁਤ ਕੈਂਡੀਡੇਟਸ ਨੇ ਉੱਥੇ, ਬਹੁਤ ਉਮੀਦਵਾਰ ਨੇ, ਲੋਕ ਉਹਨਾਂ ਨੂੰ ਵੀ ਵੋਟ ਪਾ ਕੇ ਜਿਤਾ ਸਕਦੇ ਆ ਜੇ ਉਹਨਾਂ ਨੂੰ ਇਹ ਦੋਨੇ ਕੈਂਡੀਡੇਟਸ ਨਾ ਪਸੰਦ ਹੋਏ। ਸੋ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈ ਕਿ ਸੀਟ ਕਿੱਧਰ ਜਾਏਗੀ ਜੀ। ਸੋ ਅੱਗੇ ਵਧਦੇ ਅਸੀਂ। ਮਨਪ੍ਰੀਤ ਜੀ 95 ਸਾਲ ਦੀ ਉਮਰ 'ਚ ਅਦਾਲਤਾਂ ਵਿੱਚ, ਉਹ ਵੀ ਜ਼ਿਲ੍ਹਾ ਅਦਾਲਤ ਦੇ ਜੱਜਾਂ ਦੇ ਅੱਗੇ ਪੇਸ਼ ਹੋਣਾ। ਪ੍ਰਕਾਸ਼ ਸਿੰਘ ਬਾਦਲ ਅੱਜ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਪੇਸ਼ ਹੋਏ ਆ। ਥੋੜਾ ਚਾਨਣਾ ਪਾਓ, ਮਾਮਲਾ ਕੀ ਸੀ ਅਸਲ 'ਚ, ਕਿਉਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ? ਦੇਖੋ ਮਦਨਦੀਪ ਜੀ, ਬੜਾ ਪੁਰਾਣਾ ਕੇਸ ਆ ਇਹ ਜੀ। ਦਰਅਸਲ ਬਲਵੰਤ ਸਿੰਘ ਖੇੜਾ ਨੇ, ਇਹ ਹੁਸ਼ਿਆਰਪੁਰ ਦੇ ਨੇ, ਇਹ ਆਪ ਵੀ 86-87 ਵਰਿਆਂ ਦੇ ਨੇ। ਇਹ ਉਹੀ ਬਲਵੰਤ ਸਿੰਘ ਖੇੜਾ ਨੇ ਜਿਨ੍ਹਾਂ ਨੇ ਇੱਕ ਵਾਰੀ ਮਾਲਟਾ ਬੋਟ ਟ੍ਰੈਜਡੀ ਹੋਈ ਸੀ, ਤੁਹਾਨੂੰ ਯਾਦ ਹੋਣਾ, 1996 ਦੇ ਵਿੱਚ। 25 ਦਸੰਬਰ 1996 ਸਿਸਲੀ ਮੈਡੀਟਰੇਨੀਅਨ ਸੀ ਆ ਇੱਕ, ਉੱਥੇ ਹੋਈ ਸੀ, ਜਿੱਥੇ 283 ਭਾਰਤੀ ਮਾਰੇ ਗਏ ਸੀ। ਬਹੁਤ ਸਾਰੇ ਉਹਨਾਂ ਚੋਂ ਲਗਭਗ 170 ਦੇ ਕਰੀਬ ਪੰਜਾਬੀ ਸੀ। ਮੈਨੂੰ ਅੱਜ ਵੀ ਯਾਦ ਆ ਕਿ ਇਹ ਬਹੁਤ, ਉਸ ਟ੍ਰੈਜਡੀ ਨੂੰ, ਉਹਨਾਂ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਟਰੈਵਲ ਏਜੰਟਸ ਨੂੰ, ਖਾਸ ਤੌਰ ਤੇ ਜਿਨ੍ਹਾਂ ਨੇ ਉਹ ਮੁੰਡੇ ਜਾਂ ਉਹ ਨੌਜਵਾਨ ਭੇਜੇ ਸੀ, ਉਹਨਾਂ ਨੇ ਬਹੁਤ ਸ਼ਿੱਦਤ ਨਾਲ ਕੰਮ ਕੀਤਾ। ਲੇਕਿਨ ਜਿਹੜਾ ਇਹ ਕੇਸ ਆ, ਇਹ ਇੱਕ ਵੱਖਰਾ ਕੇਸ ਆ। ਉਹਨਾਂ ਨੇ ਸੰਨ 2009 ਦੇ ਵਿੱਚ ਇੱਕ ਕੇਸ ਫਾਈਲ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸੰਵਿਧਾਨ ਆ, ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ 2 ਸੰਵਿਧਾਨ ਨੇ। ਇੱਕ ਤਾਂ ਸੰਵਿਧਾਨ ਉਹ ਆ ਜਿਹੜਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ
ਦਿੱਤਾ ਹੋਇਆ, ਜਿਸ 'ਚ ਉਹ ਕਹਿੰਦੇ ਆ ਕਿ ਅਸੀਂ ਪੋਲੀਟੀਕਲ ਪਾਰਟੀ ਹਾਂ, ਅਸੀਂ ਸੈਕੂਲਰ ਪਾਰਟੀ ਹਾਂ ਤੇ ਅਸੀਂ ਸੋਸ਼ਲਿਸਟ ਪਾਰਟੀ ਹਾਂ, ਜੋ ਸੰਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ। ਪਰ ਕਹਿੰਦੇ ਜਦੋਂ ਉਹਨਾਂ ਨੇ ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਸੰਵਿਧਾਨ ਦਿੱਤਾ, ਉਹਦੇ ਵਿੱਚ ਉਹ ਆਪਣੇ ਆਪ ਨੂੰ ਧਾਰਮਿਕ ਤੇ ਪੰਥਿਕ ਪਾਰਟੀ ਕਹਿੰਦੇ ਆ। ਸੋ ਇਹ ਦੋ ਸੰਵਿਧਾਨਾਂ ਦੀ ਗੱਲ ਆ। ਉਹ ਕਹਿੰਦੇ ਉਹਨਾਂ ਦਾ ਕਹਿਣਾ ਕਿ ਇਹ ਇੱਕ ਤਰ੍ਹਾਂ ਦਾ ਫਰਾਡ ਆ, 420 ਦਾ ਕੇਸ ਆ, ਹੋਰ ਵੀ ਕਈ ਧਾਰਾਵਾਂ ਦੇ ਵਿੱਚ ਉਹ ਕੇਸ ਆ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਉਸੇ ਕੇਸ ਦੇ ਵਿੱਚ ਅੱਜ ਜ਼ਮਾਨਤ ਲੈਣੀ ਪਈ। ਮੈਂ ਥੋੜਾ ਜਿਹਾ ਦੱਸਦਾ ਕਿ ਇਸ ਕੇਸ ਦੀ ਜਿਹੜੀ ਸੁਣਵਾਈ ਸੀ ਉਹ 4 ਨਵੰਬਰ ਸਨ 2019 ਤੋਂ ਸ਼ੁਰੂ ਹੋਈ ਸੀ। ਇਸ ਕੇਸ ਨੂੰ ਲੈ ਕੇ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਗਏ ਸੀ ਕਿ ਇਸ ਦੀਆਂ ਪ੍ਰੋਸੀਡਿੰਗਸ ਕੁਐਸ਼ ਕੀਤੀਆਂ ਜਾਣ, ਯਾਨੀ ਕਿ ਇਸ ਕੇਸ ਨੂੰ ਖਾਰਜ ਕੀਤਾ ਜਾਵੇ। ਖੈਰ ਪਿਛਲੇ ਸਾਲ ਤੋਂ ਸਨ 2021 ਤੋਂ ਇਸ ਕੇਸ ਦੀ ਸੁਣਵਾਈ ਫਿਰ ਤੋਂ ਸ਼ੁਰੂ ਹੁੰਦੀ ਹੈ ਹੁਸ਼ਿਆਰਪੁਰ ਦੇ ਵਿੱਚ। ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਸ ਕੇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਹਿਲਾਂ ਹੀ ਜ਼ਮਾਨਤ ਲੈ ਲਈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਐਗਜ਼ੰਪਸ਼ਨ, ਯਾਨੀ ਕਿ ਉਹਨਾਂ ਨੂੰ ਇਸ ਗੱਲ ਤੋਂ ਛੋਟ ਦੇ ਦਿੱਤੀ ਸੀਗੀ ਕਿ ਉਹਨਾਂ ਦੀ ਉਮਰ ਬਹੁਤ ਵੱਡੀ ਹੈ, 94-95 ਸਾਲ ਉਹਨਾਂ ਦੀ ਉਮਰ ਹੈ। ਸੋ ਉਹ ਚਾਹੇ ਅਦਾਲਤ ਨਾ ਆਉਣ, ਪਰ ਜ਼ਮਾਨਤ ਲੈਣ ਲਈ ਤੁਹਾਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪੈਂਦਾ। ਸੋ ਇਸੇ ਕਰਕੇ ਉਹ ਪੇਸ਼ ਹੋਏ। ਇੱਕ ਗੱਲ ਮੈਂ ਤੁਹਾਨੂੰ ਹੋਰ ਬੜੀ ਇੰਟਰਸਟਿੰਗ ਦੱਸਦਾ ਕਿ ਅੱਜ ਬਲਵੰਤ ਸਿੰਘ ਖੇੜਾ ਹੋਣਾ ਦੇ ਜਿਹੜੇ ਵਕੀਲ ਨੇ ਹਿਤੇਸ਼ ਪੁਰੀ ਤੇ ਬਲਵੰਤ ਸਿੰਘ ਖੇੜਾ ਵੀ ਆਪਸੀ, ਉਹ ਕਹਿੰਦੇ ਜਦੋਂ ਸਵੇਰੇ ਅਸੀਂ ਅਦਾਲਤ ਪਹੁੰਚੇ ਉੱਥੇ ਹੁਸ਼ਿਆਰਪੁਰ, ਤੇ ਸਾਰੀਆਂ ਪ੍ਰੋਸੀਡਿੰਗ 10 ਵਜੇ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬੜਾ VIP ਟ੍ਰੀਟਮੈਂਟ ਕਹਿੰਦੇ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ। ਇਹ ਉਹਨਾਂ ਦਾ ਕਹਿਣਾ। ਉਹ ਕਹਿੰਦੇ ਆਮ ਤੌਰ ਤੇ ਸਾਨੂੰ ਹੁੰਦਾ ਕਿ 10 ਵਜੇ ਤੋਂ ਬਾਅਦ ਵੀ ਕਿਸੇ ਦੀ ਅਦਾਲਤ ਦੀ ਕਾਰਵਾਈ ਸ਼ੁਰੂ ਹੁੰਦੀ ਆ। ਸੋ ਲੱਗਦਾ ਸੀ ਕਿ ਅਫਸਰ ਜਾਂ ਉੱਥੇ ਦੇ ਹੋਰ ਜਿਹੜੇ ਸੀ ਅਧਿਕਾਰੀ, ਉਹ ਪਹਿਲੇ ਹੀ ਆ ਗਏ, ਸਮੇਂ ਤੋਂ ਪਹਿਲਾਂ ਆ ਕੇ ਉਹਨਾਂ ਨੇ ਸਾਰੀ ਕਾਰਵਾਈ ਜਿਹੜੀ ਆ ਉਹ ਮੁਕੰਮਲ ਕਰਤੀ, ਕਿਉਂਕਿ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ 1 ਲੱਖ ਰੁਪਇਆ ਵੀ ਦੇਣਾ ਪਿਆ, ਜਿਹੜਾ ਉਹਨਾਂ ਨੇ ਆਪਣਾ ਬੌਂਡ ਭਰਿਆ। ਸੋ ਇਹ ਕੇਸ ਆ, ਹਜੇ ਕੇਸ ਚੱਲ ਰਿਹਾ, ਦੇਖਦੇ ਆ, ਕਿਉਂਕਿ ਲਗਾਤਾਰ ਬਲਵੰਤ ਸਿੰਘ ਖੇੜਾ ਹੋਣਾ ਦਾ ਕਹਿਣਾ ਕਿ ਮਾਨਤਾ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ 420 ਜਾਂ ਜਿਹੜੀ ਉਹਨਾਂ ਨੇ ਕਥਿਤ ਤੌਰ ਤੇ ਇਹ ਫਰਾਡ ਕੀਤਾ, ਉਸ ਕਰਕੇ ਉਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਪਰ ਇਹ ਅਦਾਲਤਾਂ ਦੇ ਫੈਸਲੇ, ਅਦਾਲਤਾਂ ਨੇ ਦੇਖਣਾ ਕਿ ਇਸ ਵਿੱਚ ਉਹ ਕੀ ਕਾਰਵਾਈ ਕਰਨਗੇ। ਜੀ ਸੰਕਟ 'ਚ ਆ ਅਕਾਲੀ ਦਲ ਕਈ ਤਰ੍ਹਾਂ ਦੇ, ਦੇਖੋ ਇਸ ਸੰਕਟ 'ਚ ਕਿਵੇਂ ਨਿਕਲਦੇ ਹੈ। ਪਰ ਇੱਕ ਹੋਰ ਮਨਪ੍ਰੀਤ ਜੀ ਬੜੀ ਜਿਹੜੀ ਮਹੱਤਵਪੂਰਨ ਖਬਰ ਹੈ, ਦੀਪ ਸਿੱਧੂ ਦਾ ਅੱਜ ਅੰਤਮ ਅਰਦਾਸ ਸੀ, ਔਰ ਉਹਨਾਂ ਦੀ ਅਰਦਾਸ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਨੌਜਵਾਨ ਉਮੜੇ ਆ, ਹੱਥਾਂ 'ਚ ਉਹਨਾਂ ਦੇ ਕੇਸਰੀ ਝੰਡੇ ਸੀ ਔਰ ਕੇਸਰੀ ਪੱਗਾਂ ਬੰਨੀਆਂ ਹੋਈਆਂ ਸੀ। ਇਹ ਕੀ ਸੰਦੇਸ਼ ਆ ਪੰਜਾਬ ਦੀ ਰਵਾਇਤੀ ਰਾਜਨੀਤੀ ਨੂੰ, ਰਵਾਇਤੀ ਲੀਡਰਾਂ ਨੂੰ? ਇਹਦੇ ਤੇ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ। ਦੇਖੋ ਮਦਨਦੀਪ ਜੀ, ਅੱਜ ਮੈਂ ਕਿਸਾਨਾਂ ਦੇ ਆਗੂ ਡਾਕਟਰ ਦਰਸ਼ਨਪਾਲ ਨੂੰ ਵੀ ਸੁਣ ਰਿਹਾ ਸੀ, ਹੋਰ ਵੀ ਕਈ ਆਗੂ ਬੋਲ ਰਹੇ ਸੀ। ਦੇਖੋ ਕਿਸੇ ਵੀ ਨੌਜਵਾਨ ਦਾ, ਕਿਉਂਕਿ ਦੀਪ ਸਿੱਧੂ ਦੀ ਉਮਰ ਕੇਵਲ 37 ਵਰ੍ਹਿਆਂ ਦੀ ਸੀ ਤੇ 15 ਫਰਵਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਸੀ ਸੋਨੀਪਤ ਤੇ ਹਾਈਵੇ ਦੇ ਲਾਗੇ ਰਾਤ ਦੇ 9 ਵਜੇ। ਬੜੀ ਮੰਦਭਾਗੀ ਉਹ ਘਟਨਾ ਸੀ। ਉਹ ਆਪਣੇ ਇੱਕ ਮਹਿਲਾ ਦੋਸਤ ਨਾਲ ਜਾ ਰਹੇ ਸੀ। ਉਹਨਾਂ ਤੁਹਾਨੂੰ ਪਤਾ ਹੀ ਹੈ, ਉਸ ਦੌਰਾਨ ਉਹਨਾਂ ਤੇ ਸੱਟ ਨਹੀਂ ਲੱਗੀ, ਉਹਨਾਂ ਨੂੰ ਲਗਭਗ ਬਹੁਤ ਛੋਟੀਆਂ ਜਿਹੜੀਆਂ ਮਾਮੂਲੀ ਸੱਟਾਂ ਆਈਆਂ, ਬਾਅਦ ਦੇ ਵਿੱਚ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ। ਪਰ ਦੀਪ ਸਿੱਧੂ ਹੋਣੀ ਹੈ ਜਿਹੜੇ, ਉਹਨਾਂ ਨੂੰ ਸਿਰ ਤੇ ਬਹੁਤ ਗੰਭੀਰ ਸੱਟ ਲੱਗੀ ਸੀ। ਪੋਸਟਮਾਰਟਮ ਦੀ ਰਿਪੋਰਟ ਵੀ ਆਈ ਹੈ, ਉਹਦੇ ਵਿੱਚ ਵੀ ਕਿਹਾ ਗਿਆ ਕਿ ਉਹਨਾਂ ਦੀ ਮੌਤ ਦਾ ਕਾਰਨ ਸਿਰ ਤੇ ਸੱਟ ਲੱਗਣਾ ਹੈ। ਹਾਲਾਂਕਿ ਉਸੇ ਗੱਡੀ ਦੇ ਵਿੱਚੋਂ ਪਿੱਛੋਂ ਇਹ ਵੀ ਦੱਸਿਆ, ਕੁਝ ਰਿਪੋਰਟਸ ਦਿਖਾ ਰਹੀਆਂ ਸੀ ਕਿ ਇੱਕ ਵਾਈਨ ਦੀ ਜਿਹੜੀ ਬੋਟਲ ਆ ਉਹ ਵੀ ਸ਼ਾਇਦ ਵਿੱਚ ਪਈ ਸੀ। ਪਰ ਉਹਨਾਂ ਦੀ ਵਿਸਰਾ ਰਿਪੋਰਟ ਆ ਜਿਹੜੀ, ਉਹ FSL ਜਿਹਨੂੰ ਫੋਰੈਂਸਿਕ ਸਾਇੰਸ ਲੈਬੋਰੇਟਰੀ ਕਹਿੰਦੇ ਆ, ਉੱਥੇ ਭੇਜੀ ਹੋਈ ਆ। ਹਜੇ ਤੱਕ ਇਸ ਤਰ੍ਹਾਂ ਦਾ ਕੋਈ ਤੱਥ ਜਾਂ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਨਹੀਂ ਆਈ ਕਿ ਸ਼ਾਇਦ ਉਹਨਾਂ ਨੇ ਪੀਤੀ ਹੋਵੇ, ਕਿਉਂਕਿ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਹ ਬਿਲਕੁਲ ਨਸ਼ੇ ਤੋਂ ਦੂਰ ਰਹਿੰਦੇ ਸੀ। ਇੱਥੋਂ ਤੱਕ ਹੀ ਕਿਹਾ ਜਾਂਦਾ ਕਿ ਉਹ ਚਾਹ ਵੀ ਨਹੀਂ ਸੀ ਪੀਂਦੇ। ਹੁਣ ਜਿਹੜੀ ਉਹਨਾਂ ਦੀ ਪੋਲੀਟੀਕਲ ਗੱਲ ਆਉਂਦੇ ਆ, ਆਮ ਤੌਰ ਤੇ ਤੁਸੀਂ ਦੇਖੋ ਕਿਸਾਨਾਂ ਦੇ ਨਾਲ ਦੀਪ ਸਿੱਧੂ ਹੋਣਾ ਦਾ ਟਕਰਾਅ ਉਸੇ ਦਿਨ ਤੋਂ ਆ ਜਦੋਂ 26 ਜਨਵਰੀ ਨੂੰ ਸਨ 2021 ਨੂੰ ਟਰੈਕਟਰ ਮਾਰਚ ਕੱਢਣਾ ਸੀ। ਔਰ ਉਸ ਟਰੈਕਟਰ ਮਾਰਚ ਦੇ ਵਿੱਚ ਜਿਸ ਤਰ੍ਹਾਂ ਦੀਪ ਸਿੱਧੂ ਜਾ ਕੇ ਲਾਲ ਕਿਲੇ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਉਹਨਾਂ ਨੇ ਨਿਸ਼ਾਨ ਸਾਹਿਬ ਚਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਨਾਲ ਹੋਰ ਵੀ ਸਾਥੀ ਸੀ। ਉਸ ਕਰਕੇ ਇੱਕੋ ਦਮ ਜਿਹੜਾ ਕਿਸਾਨੀ ਅੰਦੋਲਨ ਖਿਲਰਦਾ ਹੋਇਆ ਵੀ ਲੱਗਿਆ। ਦੀਪ ਸਿੱਧੂ ਉਤੋਂ ਮੌਕੇ ਤੋਂ ਚਲੇ ਵੀ ਗਏ ਸੀ, ਸ਼ਾਇਦ ਉਹਨਾਂ ਨੂੰ ਖਤਰਾ ਹੋਵੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਲੇਕਿਨ ਇਸ ਚੀਜ਼ ਦੇ ਨਾਲ ਬੜਾ ਟਕਰਾਅ ਪੈਦਾ ਕਰਤਾ ਸੀ। ਤੁਹਾਨੂੰ ਮੈਂ ਇਹ ਵੀ ਦੱਸਦਾ, 26 ਜਨਵਰੀ ਤੋਂ ਪਹਿਲਾਂ 25 ਜਨਵਰੀ ਦੀ ਗੱਲ ਆ, ਉਸ ਰਾਤ ਨੂੰ ਵੀ
ਸਿੰਘੂ ਬਾਰਡਰ ਤੇ ਸਟੇਜ ਤੇ ਆਪਸ ਦੇ ਵਿੱਚ ਟਕਰਾਅ ਪੈਦਾ ਹੋਇਆ ਸੀ, ਕਿਉਂਕਿ ਦੀਪ ਸਿੱਧੂ ਜਾਂ ਉਹਨਾਂ ਦੇ ਸਾਥੀ ਚਾਹੁੰਦੇ ਸੀ ਕਿ ਟਰੈਕਟਰ ਮਾਰਚ ਦਾ ਜਿਹੜਾ ਰੂਟ ਆ ਹੋਰ ਹੋਵੇ, ਤੇ ਜਿਹੜੇ ਕਿਸਾਨ ਜਥੇਬੰਦੀਆਂ ਹੋਰ ਪਾਸੇ ਨੂੰ ਚਾਹੁੰਦੀਆਂ ਸੀ। ਇਹੋ ਜੀ ਗੱਲ ਵੀ ਉੱਭਰ ਕੇ ਆ ਰਹੀ ਸੀ। ਖੈਰ, ਉਹ ਹੁਣ ਦੁਨੀਆ ਤੇ ਨਹੀਂ ਰਹੇ। ਉਹਨਾਂ ਨੂੰ ਦੇਖੋ, ਉਹਨਾਂ ਦੇ ਜਿਸ ਦਿਨ ਸੰਸਕਾਰ ਹੋਇਆ। ਗੱਲ ਇਹ ਆ ਮਨਪ੍ਰੀਤ ਜੀ, ਮੈਂ ਮਾਫੀ ਚਾਹੂੰਗਾ, ਮੈਂ ਤੁਹਾਡੇ ਵਿੱਚੋਂ ਗੱਲ ਨੂੰ ਟੋਕਿਆ ਹੈ। ਮਾਮਲਾ ਇਹ ਹੈ ਕਿ ਜਦੋਂ ਅੱਜ ਜਿਹੜੀ ਮੈਂ ਵੱਖ-ਵੱਖ ਟੈਲੀਵਿਜ਼ਨਾਂ ਤੇ ਨੌਜਵਾਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਜਿਹੜੇ ਇਕੱਠੇ ਹੋਏ ਆ ਅੰਤਮ ਅਰਦਾਸ ਦੇ ਦੌਰਾਨ, ਉਹ ਦੀਪ ਸਿੱਧੂ ਨੂੰ ਆਪਣਾ ਆਈਕਨ ਮੰਨਦੇ ਸੀ। ਔਰ ਦੀਪ ਸਿੱਧੂ ਹੋਣਾ ਦਾ, ਸਿਮਰਜੀਤ ਸਿੰਘ ਮਾਨ ਹੋਣਾ ਦੀ ਚੋਣ ਦੀ ਕਮਾਂਡ ਫੜਨੀ ਔਰ ਚੋਣ ਪ੍ਰਚਾਰ ਕਰਨਾ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਨਾਲ ਕੇਸਰੀ ਪੱਗਾ ਬੰਨ੍ਹ ਕੇ, ਜਿਸ ਤਰ੍ਹਾਂ ਕੇਸਰੀ ਜਿਹੜੇ ਨਿਸ਼ਾਨ ਆ ਉਹ ਹੱਥਾਂ ਵਿੱਚ ਲੈ ਕੇ, ਉਹਨਾਂ ਨੂੰ ਜਿਹੜੀ ਅੰਤਮ ਜਿਹੜੀ ਵਿਦਾਇਗੀ ਹੈ ਜਿਸ ਤਰ੍ਹਾਂ ਨਾਲ ਅੱਜ ਦਿੱਤੀ ਗਈ ਅੰਤਮ ਅਰਦਾਸ ਦੇ ਰਾਹੀਂ, ਇਹ ਮਾਹੌਲ ਬੜਾ ਦਿਲਚਸਪ ਸੀ। ਮੈਂ ਇਹ ਜਾਣਨਾ ਚਾਹੁੰਦਾ ਆ ਕਿ ਇੰਨੇ ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਦੇ ਇਸ ਤਰ੍ਹਾਂ ਇਕੱਠੇ ਹੋਣਾ ਔਰ ਖਾਸ ਯੂਨੀਫਾਰਮ ਦੇ ਵਿੱਚ ਆਉਣਾ, ਇਹ ਇੱਕ ਸਿੱਧਾ ਸੰਕੇਤ ਹੈ ਕਿ ਨੌਜਵਾਨ ਅਗਵਾਈ ਚਾਹੁੰਦੇ। ਇਹ ਰਵਾਇਤੀ ਲੀਡਰਸ਼ਿਪ ਨੂੰ ਸੰਕੇਤ ਹੈ। ਔਰ ਜਿਵੇਂ ਤੁਸੀਂ ਦੱਸ ਰਹੇ ਹੋ, ਸ਼ਖਸੀਅਤ ਉਹਨਾਂ ਦੀ, ਦੀਪ ਸਿੱਧੂ ਹੋਣਾ ਦੀ, ਸਾਨੂੰ ਪਤਾ ਹੈ ਸਾਰਿਆਂ ਨੂੰ ਕਿ ਬਹੁਤ ਨਾਰਾਜ਼ਗੀ ਸੀ, ਉਹਨਾਂ ਤੇ ਬੜੇ ਐਲੀਗੇਸ਼ਨ ਸੀ ਕਿ ਇਹ RSS ਨਾਲ ਮਿਲੇ ਹੋਏ ਆ, ਭਾਜਪਾ ਸਰਕਾਰ ਨਾਲ ਮਿਲੇ ਹੋਏ ਆ, ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੇ ਆ, ਬਹੁਤ ਸਾਰੇ ਐਲੀਗੇਸ਼ਨ ਉਹਨਾਂ ਦੇ ਜਿਉਂਦੇ ਜਾਗਦੇ ਲੱਗੇ ਸੀ। ਲੇਕਿਨ ਅੱਜ ਉਹ ਨੌਜਵਾਨਾਂ ਦਾ ਆਈਕਨ ਬਣਨਾ ਔਰ ਨੌਜਵਾਨ ਉਹਨਾਂ ਦੇ ਵਿੱਚੋਂ ਇੱਕ ਸੇਧ ਲੱਭ ਰਹੇ ਆ ਕਿ ਇਹ ਲੱਗਦਾ ਨਹੀਂ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਕਿਹੜੇ ਸੰਕਟ ਚੋਂ ਨਿਕਲ ਰਹੀ ਹੈ। ਦੇਖੋ ਮਦਨਦੀਪ ਜੀ, ਗੱਲ ਇਹ ਆ ਕਿ ਦੇਖੋ, ਜਿਹੜੇ ਇਹ ਸਾਰੇ ਨੌਜਵਾਨ ਜਿੰਨੇ ਵੀ ਲੋਕ ਉੱਥੇ ਪਹੁੰਚੇ ਨੇ, ਉਹਨਾਂ ਨੂੰ ਅੰਤਮ ਵਿਦਾਇਗੀ ਜਾਂ ਉਹਨਾਂ ਦੀ ਜਿਹੜੀ ਅਰਦਾਸ ਸੀ ਉਹ ਕਰਨ ਪਹੁੰਚੇ ਨੇ। ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਬੜਾ ਵੱਡਾ ਇਕੱਠ ਹੋਇਆ। ਹੋ ਸਕਦਾ ਉਹ ਕਈ ਨੌਜਵਾਨਾਂ ਦੇ ਆਈਕਨ ਵੀ ਹੋਣ। ਮੈਂ ਤੁਹਾਨੂੰ ਇਸ ਦੀ ਐਗਜ਼ਾਮਪਲ ਇਸ ਗੱਲ ਤੋਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਕੁਝ ਕਹਿਣਾ ਸ਼ਾਇਦ ਉਹਨਾਂ ਮਨ ਹੀ ਨਹੀਂ ਰੱਖਦਾ। ਮੈਨੂੰ ਯਾਦ ਹੈ, ਬਹੁਤ ਸਾਰੇ ਨੌਜਵਾਨ ਸਿੰਘੂ ਬਾਰਡਰ ਤੇ ਜਾਂਦੇ ਹੁੰਦੇ ਸੀ ਤੇ ਬਲਬੀਰ ਸਿੰਘ ਰਾਜੇਵਾਲ ਬਾਰ-ਬਾਰ ਅਪੀਲ ਕਰਦੇ ਹੁੰਦੇ ਸੀ, ਜਦੋਂ ਉਹ ਟਰੈਕਟਰਾਂ ਤੇ ਡੈਕ ਲਾ ਕੇ ਜਾਂਦੇ ਸੀ ਜਾਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕੁਝ ਨੌਜਵਾਨ ਜਿਹੜੇ ਇਸ ਤਰ੍ਹਾਂ ਦੇ, ਬਹੁਤ ਥੋੜੀ ਗਿਣਤੀ ਦੇ ਵਿੱਚ, ਸ਼ਾਇਦ ਉਹ ਲੁਕ ਛੁਪ ਕੇ ਸ਼ਰਾਬ ਪੀਂਦੇ ਨੇ ਜਾਂ ਇਸ ਤਰ੍ਹਾਂ ਦਾ, ਤੇ ਉਹਨਾਂ ਨੂੰ ਬਾਰ-ਬਾਰ ਸਟੇਜ ਤੋਂ ਤੁਸੀਂ ਕਈ ਵਾਰੀ ਦੇਖਿਆ ਹੋਣਾ, ਬਲਬੀਰ ਸਿੰਘ ਰਾਜੇਵਾਲ ਉਹਨਾਂ ਨੂੰ ਅਪੀਲ ਕਰਦੇ ਸੀ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ, ਇਸ ਨਾਲ ਆਪਣੇ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ ਜਾਂ ਇਸ ਤੇ ਦਾਗ ਲੱਗ ਸਕਦਾ। ਉਹਨਾਂ ਦੀ ਖੈਰ ਅਪੀਲ ਮੰਨੀ ਜਾਂਦੀ ਸੀ। ਅੱਜ ਹਰਜੀਤ ਗਰੇਵਾਲਾ ਬੀਜੇਪੀ ਦੇ, ਉਹਨਾਂ ਦਾ ਵੀ ਮੈਂ ਬਿਆਨ ਸੁਣ ਰਿਹਾ ਸੀ ਇਸੇ ਇਕੱਠ ਨੂੰ ਲੈ ਕੇ। ਉਹ ਕਹਿ ਰਹੇ ਸੀ ਕਿ ਇਸ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਸ਼ਾਇਦ ਕੋਈ ਇਹਨਾਂ ਨੂੰ ਉਕਸਾ ਰਿਹਾ ਜਾਂ ਕਰ ਰਿਹਾ। ਸੋ ਮੈਂ ਦੱਸਣਾ ਚਾਹੁੰਦਾ ਕਿ ਅਲੱਗ-ਅਲੱਗ ਬਿਆਨ ਆ। ਡਾਕਟਰ ਦਰਸ਼ਨਪਾਲ ਬੜਾ ਬੈਲੈਂਸਡ ਬਿਆਨ ਦਿੰਦੇ ਨੇ। ਉਹ ਕਹਿੰਦੇ ਨੇ ਠੀਕ ਹੈ, ਸਾਡੀ ਆਈਡੀਓਲੋਜੀ, ਸਾਡੇ ਆਪਣੇ ਵਿਚਾਰ ਵੱਖਰੇ ਹੋ ਸਕਦੇ ਆ, ਪਰ ਜੇ ਨੌਜਵਾਨ ਉਹਨਾਂ ਨੂੰ, ਜਾਂ ਕੋਈ ਵੀ ਲੋਕ, ਚਾਹੇ ਨੌਜਵਾਨ ਨਾ ਵੀ ਹੋਣ, ਚਾਹੇ ਵੱਡੀ ਉਮਰ ਦੇ ਵੀ ਲੋਕ ਹੋਣ, ਜੇ ਉਹਨਾਂ ਨੂੰ ਫੋਲੋ ਕਰਨਾ ਚਾਹੁੰਦੇ ਤਾਂ ਠੀਕ ਆ। ਉਹਨਾਂ ਦੀ ਇੱਕ ਵਿਚਾਰਧਾਰਾਵਾਂ ਦਾ ਟਕਰਾਅ ਹੋ ਸਕਦਾ, ਆਪਸ ਦੇ ਵਿੱਚ ਮਤਭੇਦ ਹੋ ਸਕਦੇ ਆ, ਪਰ ਸਾਡੇ ਕੋਈ ਉਸ ਤਰ੍ਹਾਂ ਦੇ ਟਕਰਾਅ ਨਹੀਂ ਹੈ ਕਿ ਕੋਈ ਇੱਕ ਦੂਸਰੇ ਦੇ ਅਸੀਂ ਕੋਈ ਜਾਨੀ ਦੁਸ਼ਮਣ ਬਣ ਜਾਈਏ। ਸੋ ਇਹ ਠੀਕ ਹੈ। ਅਗਰ ਨੌਜਵਾਨਾਂ ਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਕਰਸ਼ਣ ਸੀ ਦੀਪ ਸਿੱਧੂ ਹੋਣਾ ਦੇ ਵਿੱਚ, ਤੇ ਉਹਨਾਂ ਦੇ ਜਾਨ ਨਾਲ ਕਿਸੇ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਜਾਂ ਖਾਲੀਪਨ ਪੈਦਾ ਹੋ ਗਿਆ, ਆਹ ਗੱਲ ਮਹੱਤਵਪੂਰਨ ਹੈ, ਆਕਰਸ਼ਣ। ਲੇਕਿਨ ਦੀਪ ਸਿੱਧੂ ਕੋਈ ਸਿਧਾਂਤ ਦੇ ਕੇ ਗਏ ਹੋਣ, ਕੋਈ ਸੇਧ ਦੇ ਕੇ ਗਏ ਹੋਣ, ਇਹ ਇੱਕ ਬੜਾ ਵੱਡਾ ਸਵਾਲ ਹੈ। ਔਰ ਇਹ ਸਵਾਲ ਦੇ ਪਿੱਛੇ ਇੱਕ ਬੜੀ ਵੱਡੀ ਜਿਹੜੀ ਰਾਏ ਹੈ ਉਹ ਮੰਗ ਕਰਦੀ ਹੈ, ਇਹ ਸਵਾਲ ਮੰਗ ਕਰਦਾ ਹੈ ਕਿ ਇਹ ਦੇਖਿਆ ਜਾਏ ਕਿ ਦੀਪ ਸਿੱਧੂ ਦੇ ਵਿੱਚ ਅਜਿਹਾ ਕਿਹੜਾ ਆਕਰਸ਼ਣ ਸੀ, ਤੁਸੀਂ ਆਕਰਸ਼ਣ ਦੀ ਗੱਲ ਕਰਦੇ ਹੋ, ਜਿਹੜਾ ਆਕਰਸ਼ਣ ਨੌਜਵਾਨਾਂ ਨੂੰ ਚੰਗਾ ਲੱਗਿਆ ਹੈ। ਇਹ ਚੰਗੀ ਗੱਲ ਹੈ ਕਿ ਉਹਨਾਂ ਦੀ ਇੱਕ ਦਿੱਖ ਜਿਹੜੀ ਹੈਗੀ ਹੈ, ਉਹਦੇ ਵਿੱਚੋਂ ਕੁਝ ਨਾ ਕੁਝ ਨੌਜਵਾਨ ਲੱਭਣਾ ਚਾਹੁੰਦੇ ਸੀ। ਇਹ ਚੰਗੀ ਗੱਲ ਸੀ। ਲੱਭਣਾ ਕੀ ਚਾਹੁੰਦੇ ਸੀ, ਇਹ ਬਹੁਤ ਵੱਡਾ ਸਵਾਲ ਹੈ ਮਨਪ੍ਰੀਤ ਜੀ। ਅਸੀਂ ਚਾਹਾਂਗੇ ਕਿ ਇਸ ਸਵਾਲ ਦਾ ਹੱਲ ਜਿਹੜਾ ਹੈ ਉਹ ਸਾਡੇ ਜਿਹੜੇ ਰਾਜਨੀਤਿਕ ਵਿਦਵਾਨ ਨੇ ਪੰਜਾਬ ਦੇ, ਉਹ ਸਾਨੂੰ ਜ਼ਰੂਰ ਦੱਸਣਗੇ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮਨਪ੍ਰੀਤ ਜੀ ਅੱਗੇ ਵਧਣ ਲਈ। ਅੱਜ ਦੀ ਗੱਲਬਾਤ ਅਸੀਂ ਇੱਥੇ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।